TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਜਿਹੜੀਆਂ ਖਬਰਾਂ ਦੇ ਉੱਤੇ ਅੱਜ ਵਿਚਾਰ ਚਰਚਾ ਕਰਨੀ ਹੈ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ। ਗੂਗਲ ਮੈਪ ਦਾ ਪਵਾੜਾ, ਗਲਤ ਥਾਂ ਲੈ ਕੇ ਪਹੁੰਚਿਆ ਬਰਾਤ ਲਾੜਾ। ਅਮਰੀਕਾ ਵਿੱਚ ਇੱਕ ਔਰਤ ਨੇ ਆਪਣੇ 3 ਬੱਚਿਆਂ ਦਾ ਕੀਤਾ ਕਤਲ। ਕੂਚ ਬਿਹਾਰ ਵਿੱਚ ਗੋਲੀकांड ਤੇ ਭਾਜਪਾ ਤੇ ਮਮਤਾ ਬੈਨਰਜੀ ਦੇ ਫਸੇ ਸਿੰਘ। ਸਿਹਤ ਵਿਭਾਗ ਦਾ ਕਮਾਲ, ਟੈਸਟ ਕਰਵਾਏ ਬਗੈਰ ਰਿਪੋਰਟ ਜਾਰੀ। ਕੋਟਕਪੂਰਾ ਗੋਲੀकांड ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਸਿਆਸੀ ਧਮਾਕਾ। ਪੰਜਾਬ ਦੇ ਨੌਜਵਾਨਾਂ ਤੇ ਦਿੱਲੀ ਪੁਲਿਸ ਵੱਲੋਂ ਤਸ਼ੱਦਦ ਦਾ ਮਾਮਲਾ ਨਿੰਦਣਯੋਗ, ਸੁਖਬੀਰ ਬਾਦਲ ਦਾ ਕਹਿਣਾ। ਅਤੇ ਕਿਸਾਨੀ ਸੰਘਰਸ਼ ਦੇ ਲੇਖੇ ਲੱਗੀਆਂ 2 ਹੋਰ ਜਾਨਾਂ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੌਰਾਨ ਵਿਸਥਾਰ ਸਹਿਤ ਚਰਚਾ ਕਰਾਂਗੇ। ਪਰ ਇਸ ਤੋਂ ਪਹਿਲਾਂ ਤੁਹਾਡਾ ਸਭਨਾਂ ਦਾ ਬੀਤੇ ਲੰਬੇ ਸਮੇਂ ਤੋਂ, ਜਦੋਂ ਤੋਂ ਆਪਾਂ ਇਹ ਪ੍ਰੋਗਰਾਮ ਸ਼ੁਰੂ ਕੀਤਾ, ਇੰਨੇ ਵੱਡੇ ਪੱਧਰ ਤੇ ਹੁੰਗਾਰਾ ਤੇ ਹੁਲਾਰਾ ਦੇਣ ਵਾਸਤੇ ਜਿੱਥੇ ਧੰਨਵਾਦ ਹੈ, ਉਸ ਦੇ ਨਾਲ ਨਾਲ ਤੁਹਾਨੂੰ ਸਭਨਾਂ ਨੂੰ ਬੇਨਤੀ ਵੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤਾਂ ਕਿ ਸਮੇਂ ਸਿਰ ਤੁਹਾਡੇ ਕੋਲ ਜਾਣਕਾਰੀ ਪੁੱਜਦੀ ਹੋ ਸਕੇ। ਅਤੇ ਜਦੋਂ ਰੋਜ਼ਾਨਾ ਤੁਹਾਡੇ ਲਈ ਲਾਈਵ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਜਿਸ ਨੂੰ ਵੈਨਕੂਵਰ ਦੇ ਸਮੇਂ ਦੇ ਹਿਸਾਬ ਨਾਲ ਸਵੇਰ ਦੇ 7 ਵਜੇ, ਪੰਜਾਬ ਦੇ ਵਿੱਚ ਸ਼ਾਮ ਦੇ 7:30 ਵਜੇ ਪੰਜਾਬ ਬੋਲਦਾ, ਤਾਂ ਕਿ ਸਮੇਂ ਸਿਰ ਤੁਸੀਂ ਉਸ ਦੇ ਵਿੱਚ ਸ਼ਾਮਲ ਹੋ ਸਕੋ। ਤੇ ਆਓ ਫਿਰ ਅੱਜ ਦੀਆਂ ਖਬਰਾਂ ਵਿਸਥਾਰ ਅਤੇ ਟਿੱਪਣੀਆਂ ਵੱਲ ਨੂੰ ਹੋ ਤੁਰੀਏ। ਗੂਗਲ ਦੇ ਉੱਤੇ, ਗੂਗਲ ਮੈਪ ਦੇ ਉੱਤੇ ਅਸੀਂ ਹੱਦੋਂ ਵੱਧ ਭਰੋਸਾ ਕਰਦੇ ਜਾ ਰਹੇ ਹਾਂ। ਕਦੇ ਸਮਾਂ ਹੋਇਆ ਕਰਦਾ ਸੀ, ਅਸੀਂ ਜੇਕਰ ਕਿਸੇ ਓਪਰੇ ਸ਼ਹਿਰ ਜਾਣਾ ਹੁੰਦਾ ਸੀ, ਅਸੀਂ ਇੱਥੇ ਵੀ ਦੇਖਦੇ ਹਾਂ, ਅਸੀਂ ਮੈਪ ਰੱਖਦੇ ਹੁੰਦੇ ਸੀ। ਮੈਪ ਘਰੋਂ ਵੇਖਣਾ ਕਿ ਕਿੰਨੇ ਨੰਬਰ ਐਗਜ਼ਿਟ ਲੈਣਾ ਹੈ, ਕਿੰਨੀ ਦੂਰ ਤੱਕ ਫਿਰ ਉਸ ਰੂਟ ਤੇ ਜਾਣਾ ਹੈ, ਤੇ ਉਹਦੇ ਤੋਂ ਬਾਅਦ ਕਿੱਥੋਂ ਰਾਈਟ ਕਰਨੀ ਹੈ, ਕਿੱਥੋਂ ਲੈਫਟ ਕਰਨੀ ਹੈ। ਜੇਕਰ ਕਿਤੇ ਰਸਤੇ ਵਿੱਚ ਨਾ ਪਤਾ ਲੱਗਦਾ, ਫਿਰ ਮੈਪ ਕੱਢ ਕੇ ਫਿਰ ਵੇਖਣਾ, ਜਾਂ ਫਿਰ ਉਹਦੇ ਸਟੈਪ ਲਿਖ ਕੇ ਲੈ ਕੇ ਜਾਣੇ ਕਿ ਕਿਹੜੇ ਨੰਬਰ ਐਗਜ਼ਿਟ ਤੋਂ ਸੱਜੇ ਹੋਣਾ ਜਾਂ ਖੱਬੇ ਹੋਣਾ। ਪਰ ਜਦੋਂ ਤੋਂ ਗੂਗਲ ਮੈਪ ਆਇਆ, ਇਹਦਾ ਸਹਾਰਾ ਇੰਨਾ ਕੁ ਵੱਧ ਗਿਆ, ਹੁਣ ਨਾ ਕਿਸੇ ਦੋਸਤ ਨੂੰ, ਨਾ ਰਿਸ਼ਤੇਦਾਰ ਨੂੰ, ਨਾ ਰਸਤੇ 'ਚ ਪੁੱਛਣ ਦੀ ਜ਼ਰੂਰਤ ਮਹਿਸੂਸ ਕੋਈ ਵੀ ਨਹੀਂ ਕਰਦਾ। ਇੰਝ ਹੀ ਹੋਇਆ ਕਿ ਗੂਗਲ ਮੈਪ ਭਰੋਸਾ ਕਰਦਿਆਂ ਨੂੰ ਧੋਖਾ ਦੇ ਗਿਆ। ਖਬਰ ਇੰਡੋਨੇਸ਼ੀਆ ਦੀ ਹੈ, ਜਿੱਥੇ ਇੱਕ ਲਾੜੇ ਨੂੰ ਅਤੇ ਬਰਾਤ ਨੂੰ ਭੁਲੇਖਾ ਐਸਾ ਪਾਇਆ ਕਿ ਗਲਤ ਥਾਂ ਤੇ ਜਾ ਵੜੇ। ਗੂਗਲ ਮੈਪ ਮਦਦ ਲਈ ਸੀ, ਪਰ ਗਲਤ ਥਾਂ ਲੈ ਪਹੁੰਚਿਆ। ਦਿਲਚਸਪ ਗੱਲ ਇਹ ਰਹੀ ਕਿ ਜਿਹੜੇ ਘਰ ਦੇ ਵਿੱਚ ਉਹ ਬਰਾਤ ਅਤੇ ਉਹ ਲਾੜਾ ਪਹੁੰਚਿਆ, ਜਾਂਦੇ ਨੂੰ ਉਹ ਵੀ ਇੱਕ ਬਰਾਤ ਦਾ ਇੰਤਜ਼ਾਰ ਕਰ ਰਹੇ ਸੀ, ਲਾੜੇ ਦਾ ਇੰਤਜ਼ਾਰ ਕਰ ਰਹੇ ਸੀ। ਪਰ ਚੰਗਾ ਇੰਨਾ ਕੁ ਹੋਇਆ ਕਿ ਜਿਵੇਂ ਆਪਣੇ ਆਨੰਦ ਕਾਰਜ ਹੁੰਦੇ, ਉਹਨਾਂ ਦੀ ਵੀ ਤਾਂ ਕੋਈ ਰਸਮ ਹੁੰਦੀ ਹੋਣੀ ਹੈ, ਉਸ ਰਸਮ ਤੋਂ ਪਹਿਲਾਂ ਪਤਾ ਲੱਗ ਗਿਆ, ਨਹੀਂ ਤਾਂ ਵੱਡੀ ਗੜਬੜ ਹੋ ਜਾਣੀ ਸੀ। ਉਸ ਗੜਬੜ ਤੋਂ ਬਚਾਅ ਹੋ ਗਿਆ। ਇੰਡੋਨੇਸ਼ੀਆ ਦੇ ਵਿੱਚੋਂ ਖਬਰ ਮਿਲੀ ਹੈ ਕਿ ਇੱਕ ਵਿਅਕਤੀ ਸੈਂਟਰਲ ਜਾਵਾ ਦੇ ਲਾਸੋਰੀ ਪਿੰਡ ਦੇ ਵਿੱਚ, ਜਿੱਥੇ ਆ ਮਾਮਲਾ ਘਟਿਆ, ਗੂਗਲ ਮੈਪ ਦੇ ਕਾਰਨ, ਉਹਦੀ ਗਲਤੀ ਦੇ ਕਾਰਨ ਬਰਾਤ ਲੈ ਕੇ ਜਾ ਪਹੁੰਚਿਆ। ਇਤਫਾਕ ਨਾਲ ਉੱਥੇ ਮਾਰੀਆ ਅਲਫਾ ਅਤੇ ਬੁਰਹਾਨ ਸਦੀਕੀ ਦਾ ਵਿਆਹ ਹੋਣ ਵਾਲਾ ਸੀ। ਲਾੜੇ ਦਾ ਪਹਿਲਾਂ ਤੋਂ ਉਹ ਵੀ ਇੰਤਜ਼ਾਰ ਕਰ ਰਹੇ ਸੀ। 27 ਵਰਿਆਂ ਦੀ ਲਾੜੀ ਮਾਰੀਆ ਦੇ ਮੁਤਾਬਕ ਉਸ ਦੇ ਪਰਿਵਾਰ ਨੇ ਬਾਹਰੋਂ ਆਈ ਬਰਾਤ, ਬਰਾਤ ਦਾ ਆਪਣੀ ਬਰਾਤ ਸਮਝ ਕੇ, ਮਹਿਮਾਨ ਸਮਝ ਕੇ ਸਵਾਗਤ ਵੀ ਕਰਨਾ ਸ਼ੁਰੂ ਕਰ ਦਿੱਤਾ, ਚਾਹ ਪਾਣੀ ਵੀ ਪਿਲਾ ਦਿੱਤਾ, ਇੱਕ ਦੂਸਰੇ ਨੂੰ ਤੋਹਫੇ ਵੀ ਦਿੱਤੇ ਜਾਣ ਲੱਗ ਪਏ ਉੱਥੋਂ ਦੀਆਂ ਰਸਮਾਂ ਦੇ ਮੁਤਾਬਕ। ਪਰ ਇੱਕ ਮੈਂਬਰ ਨੂੰ ਸ਼ੱਕ ਹੋ ਗਿਆ ਕੋਈ, ਤੇ ਬਾਅਦ ਦੇ ਵਿੱਚ ਤੁਸੀਂ ਇੱਕ ਵੀਡੀਓ ਵੀ ਸ਼ਾਇਦ ਅਸੀਂ ਤੁਹਾਡੇ ਨਾਲ ਸਾਂਝੀ ਕਰੀਏ। ਉਹ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਕਿ ਮੁਆਫੀ ਵੀ ਮੰਗੀ ਜਾ ਰਹੀ ਹੈ, ਅਤੇ ਉਸ ਘਰ ਦੇ ਵਿੱਚੋਂ ਉਹ ਮਹਿਮਾਨ ਜਾਂਦੇ ਵੀ ਨਜ਼ਰ ਆਉਂਦੇ ਆ ਤੇ ਤੋਹਫੇ ਵੀ ਵਾਪਸ ਲੈਂਦੇ ਨਜ਼ਰ ਆਉਂਦੇ ਆ। ਤੇ ਹੁਣ ਇਹ ਮਾਮਲੇ ਦਾ ਖੁਲਾਸਾ ਕਿਵੇਂ ਹੋਇਆ? ਅਸਲ ਦੇ ਵਿੱਚ ਲਾੜੀ ਮਾਰੀਆ ਨੇ ਜਦੋਂ ਪਤਾ ਲੱਗਾ ਕਿ ਕੋਈ ਸ਼ੱਕ ਜਿਹਾ ਹੋਇਆ, ਤਾਂ ਉਹਨੇ ਬੁਰਹਾਨ ਸਦੀਕੀ ਦੇ ਪਰਿਵਾਰ ਨਾਲ ਸੰਪਰਕ ਕੀਤਾ, ਫੋਨ ਕੀਤਾ। ਉਹਨਾਂ ਨੂੰ ਪੁੱਛਿਆ ਕਿ ਤੁਸੀਂ ਬਰਾਤ ਲੈ ਕੇ ਆ ਗਏ ਹੋ, ਬਾਹਰ ਜਿਹੜੀਆਂ ਰਸਮਾਂ ਹੋਣ ਲੱਗ ਪਈਆਂ ਨੇ, ਸੱਚਮੁੱਚ ਆ ਗਏ ਹੋ? ਉਹ ਕਹਿੰਦੇ ਨਹੀਂ, ਹਾਲੇ ਅਸੀਂ ਤਾਂ ਰਸਤੇ ਦੇ ਵਿੱਚ ਹੋਰ ਲੋਕਾਂ ਦਾ ਖੜੇ ਇੰਤਜ਼ਾਰ ਕਰ ਰਹੇ ਹਾਂ, ਇਸ ਕਰਕੇ ਹਾਲੇ ਥੋੜਾ ਟਾਈਮ ਲੱਗਣਾ ਹੈ, ਪਹੁੰਚਣ ਵਿੱਚ ਸਾਨੂੰ ਥੋੜੀ ਦੇਰੀ ਹੋ ਰਹੀ ਹੈ। ਪਰ ਫਿਰ ਮਾਰੀਆ ਨੇ ਸੋਚਿਆ ਕਿ ਬਾਹਰ ਜਿਹੜੀ ਬਰਾਤ ਚਾਹ ਪਾਣੀ ਪੀ ਜਾਂਦੀ ਹੈ, ਜਿਹੜੇ ਤੋਹਫੇ ਆਦਾਨ ਪ੍ਰਦਾਨ ਹੋਈ ਜਾਂਦੇ ਨੇ, ਉਹ ਕੌਣ ਹੈ? ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਪਰ ਗੱਲ ਇਹ ਹੋਈ ਕਿ ਸਮਾਂ ਰਹਿੰਦਿਆਂ ਬਚਾਅ ਹੋ ਗਿਆ। ਪਰ ਫਿਰ ਉਹਨਾਂ ਨੇ ਦੱਸਿਆ ਕਿ ਸਾਡੀ ਗਲਤੀ ਕੋਈ ਨਹੀਂ,
ਅਸੀਂ ਜਾਣਬੁੱਝ ਕੇ ਇੱਥੇ ਨਹੀਂ ਆਏ, ਸਾਨੂੰ ਗੂਗਲ ਮੈਪ ਇਸ ਗਲਤ ਸਥਾਨ ਤੇ ਲੈ ਆਇਆ ਹੈ। ਸੋ ਇਹ ਇੱਕ ਵਾਰ ਨਹੀਂ ਅਨੇਕਾਂ ਵਾਰ ਹੋਇਆ ਹੈ। ਸੋ ਅਗਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਅਮਰੀਕਾ ਦੇ ਵਾਲੇ ਪਾਸੋਂ ਖਬਰ ਮਿਲੀ ਹੈ। ਕਹਿੰਦੇ ਹੁੰਦੇ ਨੇ ਕਿ ਪੁੱਤ ਕਪੁੱਤ ਹੋ ਸਕਦੇ ਆ, ਪਰ ਮਾਂ ਮਾਂ ਹੀ ਰਹਿੰਦੀ ਹੈ। ਦੁਨੀਆ ਤੇ ਮਾਂ ਦੇ ਬੂਟੇ ਨੂੰ ਘਣਸ਼ਾਵਾਂ ਬੂਟਾ ਦੱਸਿਆ ਜਾਂਦਾ ਹੈ ਕਿ ਮਾਂ ਵਰਗਾ ਰਿਸ਼ਤਾ ਦੁਨੀਆ ਤੇ ਹੋਰ ਕੋਈ ਨਹੀਂ। ਪਰ ਆਹ ਮਾਂ ਨੂੰ ਕੀ ਆਖਾਂਗੇ, ਮਾਂ ਦੇ ਰਿਸ਼ਤੇ ਦੇ ਉੱਤੇ ਕਲੰਕ ਆਖਿਆ ਜਾ ਸਕਦਾ ਹੈ। ਐਲੇ ਦੇ ਨੇੜਿਓਂ ਖਬਰ ਮਿਲੀ ਹੈ ਕਿ ਇੱਕ ਅਪਾਰਟਮੈਂਟ ਦੇ ਵਿੱਚ 5 ਸਾਲ ਤੋਂ ਘੱਟ ਉਮਰ ਦੇ 3 ਬੱਚੇ ਮ੍ਰਿਤਕ ਪਾਏ ਗਏ ਤੇ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੀ ਮਾਂ ਨੂੰ ਬਾਅਦ 'ਚ ਗ੍ਰਿਫਤਾਰ ਵੀ ਕਰ ਲਿਆ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਵਰ੍ਹਿਆਂ ਦੀ ਇੱਕ ਔਰਤ ਨੂੰ ਐਲੇ ਦੇ ਉੱਤਰ ਵਿੱਚ ਲਗਭਗ 332 ਕਿਲੋਮੀਟਰ ਦੂਰ ਟੁਲੈਰੀ ਕਾਉਂਟੀ ਦੇ ਵਿੱਚੋਂ ਸ਼ਨੀਵਾਰ ਸਵੇਰ ਵਕਤ ਗ੍ਰਿਫਤਾਰ ਕਰ ਲਿਆ ਗਿਆ। ਐਲੇ ਪੁਲਿਸ ਲੈਫਟੀਨੈਂਟ ਰਾਹੁਲ ਜੋਵੇਲ ਨੇ ਦੱਸਿਆ ਕਿ ਬੱਚਿਆਂ ਦੀ ਦਾਦੀ ਜਦੋਂ ਆਪਣੇ ਘਰ ਕੰਮ ਤੋਂ ਪਰਤੀ ਤਾਂ ਉਹਨੇ ਦੇਖਿਆ ਕਿ ਅਪਾਰਟਮੈਂਟ ਦੇ ਵਿੱਚ ਬੱਚਿਆਂ ਦੀਆਂ ਲਾਸ਼ਾਂ ਪਈਆਂ ਨੇ ਤੇ ਘਰ ਵਿੱਚ ਉਹਦੀ ਨੂੰਹ ਭਾਵ ਬੱਚਿਆਂ ਦੀ ਮਾਂ ਲਾਪਤਾ ਸੀ। ਐਲੇ ਪੁਲਿਸ ਵਿਭਾਗ ਨੇ ਫਿਰ ਟਵੀਟ ਕੀਤਾ। ਉਹਨਾਂ ਦੱਸਿਆ ਕਿ ਬੱਚੇ 5 ਸਾਲ ਤੋਂ ਘੱਟ ਉਮਰ ਦੇ ਪ੍ਰਤੀਤ ਹੋ ਰਹੇ ਨੇ। ਪੁਲਿਸ ਬੁਲਾਰੇ ਨੇ ਸ਼ੁਰੂਆਤੀ ਜਾਂਚ ਵਿੱਚ ਇਹ ਦੱਸਿਆ ਸੀ ਕਿ ਬੱਚਿਆਂ ਦੀ ਉਮਰ 3 ਵਰ੍ਹਿਆਂ ਤੋਂ ਵੀ ਘੱਟ ਜਾਪ ਰਹੀ ਹੈ। ਪੁਲਿਸ ਨੇ ਦੱਸਿਆ ਸੀ ਕਿ ਸ਼ੁਰੂਆਤੀ ਰਿਪੋਰਟ ਦੇ ਮੁਤਾਬਕ ਬੱਚਿਆਂ ਦੀ ਮੌਤ ਚਾਕੂ ਨਾਲ ਭਾਵ ਹਮਲਾ ਕਰਕੇ ਕੀਤੀ ਗਈ ਜਾਪ ਰਹੀ ਹੈ ਤੇ ਉਸ ਵਕਤ ਉਹਨਾਂ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ ਬੱਚਿਆਂ ਦੀ ਮਾਂ ਨੂੰ ਹਾਲੇ ਗ੍ਰਿਫਤਾਰ ਨਹੀਂ ਕੀਤਾ ਗਿਆ, ਪਰ ਬਾਅਦ ਦੇ ਵਿੱਚ ਜਾਂਚ ਪੜਤਾਲ ਆਰੰਭ ਦਿੱਤੀ ਗਈ। ਉਸ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਫਿਰ ਥੋੜੀ ਦੇਰ ਬਾਅਦ ਪੁਲਿਸ ਨੇ ਫਿਰ ਟਵੀਟ ਕੀਤਾ ਕਿ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ। ਅਸਲ ਵਿੱਚ ਬਾਅਦ ਦੇ ਵਿੱਚ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਉਹ ਔਰਤ ਇੱਕ ਕਾਰ ਦੇ ਰਾਹੀਂ ਬੇਕਰਸਫੀਲਡ ਇਲਾਕੇ ਵਿੱਚ ਮਿਲੀ ਤੇ ਉੱਥੇ ਫਿਰ ਉਹਨੇ ਰਸਤੇ ਵਿੱਚ ਕਿਸੇ ਨਾਲ ਝਗੜਾ ਕੀਤਾ। ਉਹਨੇ ਆਪਣੀ ਕਾਰ ਛੱਡ ਦਿੱਤੀ ਰਸਤੇ ਦੇ ਵਿੱਚ ਤਾਂ ਕਿ ਉਹਨੂੰ ਇਹ ਨਾ ਹੋਵੇ ਕਿ ਕਿਤੇ ਮੇਰੀ ਕਾਰ ਟਰੇਸ ਹੋ ਜੇ। ਕਿਸੇ ਨਾਲ ਲੜ ਕੇ ਝਗੜ ਕੇ ਉਹਦੀ ਕਾਰ ਖੋਹਣ ਦੀ ਕੋਸ਼ਿਸ਼ ਕੀਤੀ ਤੇ ਉਸ ਕਾਰ ਨੂੰ ਖੋਹ ਕੇ ਉਹਦੇ ਵਿੱਚ ਸਵਾਰ ਹੋ ਕੇ ਉਹ ਅਗਲੇ ਪਿੰਡੇ ਵੱਲ ਹੋ ਤੁਰੀ ਤੇ ਬੇਕਰਸਫੀਲਡ ਤੋਂ ਵੀ ਲਗਭਗ 160 ਕਿਲੋਮੀਟਰ ਉੱਤਰ ਦੇ ਵਿੱਚ ਪੈਂਦਾ ਟੁਲੈਰੀ। ਉੱਥੋਂ ਇੱਕ ਇਲਾਕੇ ਦੇ ਵਿੱਚੋਂ ਪੌਂਡਰੇਜ਼ਾ ਇਲਾਕੇ ਦੇ ਵਿੱਚੋਂ ਇਸ ਔਰਤ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਮਾਮਲਾ ਸ਼ੱਕੀ ਲੱਗਦਾ ਹੈ। ਹੋ ਸਕਦਾ ਹੈ ਕਿ ਇਸ ਔਰਤ ਤੋਂ ਇਲਾਵਾ ਹੋਰਨਾਂ ਲੋਕਾਂ ਦੀ ਵੀ ਇਹਨਾਂ ਕਤਲਾਂ ਦੇ ਵਿੱਚ ਸ਼ਮੂਲੀਅਤ ਹੋਵੇ। ਪੁਲਿਸ ਇਸ ਗੱਲ ਤੋਂ, ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੀ, ਪਰ ਫਿਲਹਾਲ 3 ਬੱਚਿਆਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਅਗਲੀ ਖਬਰ, ਕੂਚ ਬਿਹਾਰ ਦੇ ਵਿੱਚ ਗੋਲੀकांड ਵਾਪਰਿਆ। ਇਸ ਗੋਲੀकांड ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਮਮਤਾ ਬੈਨਰਜੀ ਦੇ ਵਿਚਕਾਰ ਸਿੰਘ ਫਸ ਗਏ ਨੇ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਚੌਥੇ ਗੇੜ ਦੀ ਵੋਟਿੰਗ ਉੱਥੇ ਹੋ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਦਾਅਵੇ ਤੇ ਦਾਅਵਾ ਠੋਕੀ ਜਾਂਦੀ ਹੈ ਕਿ ਇਸ ਵਾਰ ਪੱਛਮੀ ਬੰਗਾਲ ਦੇ ਵਿੱਚੋਂ ਮਮਤਾ ਬੈਨਰਜੀ ਦਾ ਬਿਸਤਰਾ ਗੋਲ ਕਰਾਂਗੇ। ਮਮਤਾ ਬੈਨਰਜੀ ਕਹਿੰਦੀ ਹੈ ਕਿ ਨਹੀਂ, ਇੰਜ ਹੋਣ ਵਾਲਾ ਨਹੀਂ। ਅੰਦਰੂਨੀ ਰਿਪੋਰਟਸ ਵੀ ਹਾਲ ਦੀ ਘੜੀ ਇਹੋ ਹੀ ਦੱਸ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਗਲਤਫਹਿਮੀ ਵਿੱਚ ਜਾਂ ਖੁਸ਼ਫਹਿਮੀ ਵਿੱਚ ਤੁਰੀ ਫਿਰਦੀ ਹੈ, ਪਰ ਹੋ ਕੁਝ ਵੀ ਸਕਦਾ। ਨਤੀਜੇ 2 ਮਈ ਨੂੰ ਦੱਸਣਗੇ, ਪਰ 2 ਮਈ ਤੋਂ ਪਹਿਲਾਂ ਇੱਕ ਠੋਕ ਇਹ ਗੱਲ ਦਾ ਐਲਾਨ ਕਰਨਾ ਕਿ 200 ਤੋਂ ਵੱਧ ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਹੋਵੇਗੀ ਬਹੁਤ ਸਾਰੀਆਂ ਸ਼ੰਕਾਵਾਂ ਨੂੰ ਜਨਮ ਦਿੰਦਾ ਹੈ। ਤੇ ਹੁਣ ਖਬਰ ਮਿਲੀ ਹੈ ਕਿ ਕੂਚ ਬਿਹਾਰ ਦੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਤੇ ਮਮਤਾ ਬੈਨਰਜੀ ਨੇ ਇਹਨੂੰ ਨਸਲਕੁਸ਼ੀ ਕਰਾਰ ਦਿੱਤਾ ਹੈ। ਨਸਲਕੁਸ਼ੀ ਕਰਾਰ ਦਿੰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਭਾਜਪਾ ਦੀ ਸਾਜ਼ਿਸ਼ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੇ ਸਿਆਸਤਦਾਨਾਂ ਦੇ ਦਾਖਲੇ ਤੇ ਉਸ ਜ਼ਿਲ੍ਹੇ ਦੇ ਵਿੱਚ 72 ਘੰਟਿਆਂ ਵਾਸਤੇ ਰੋਕ ਲਗਾ ਦਿੱਤੀ ਹੈ ਤੇ ਤੱਥਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਕੇਂਦਰੀ ਸੁਰੱਖਿਆ ਬਲਾਂ ਨੇ ਸੀਤਲਕੁਚੀ ਇਲਾਕੇ ਵਿੱਚ ਚੌਥੇ ਗੇੜ ਦੀ ਪੋਲਿੰਗ ਦੌਰਾਨ ਲੋਕਾਂ ਦੇ ਸਿਰ ਵਿੱਚ ਗੋਲੀਆਂ ਮਾਰੀਆਂ। ਸੀਤਲਕੁਚੀ ਵਿੱਚ ਉਹ ਕਹਿੰਦੀ, ਮੈਂ ਕਹਿੰਦੀ ਹਾਂ ਨਸਲਕੁਸ਼ੀ ਹੋਈ ਆ, ਜਾਣਬੁੱਝ ਕੇ ਇਹ ਘਟਨਾ ਵਾਪਰੀ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਮੈਂ 14 ਅਪ੍ਰੈਲ ਨੂੰ ਸੀਤਲਕੁਚੀ ਦਾ ਦੌਰਾ ਕਰਾਂਗੀ। ਚੋਣ ਕਮਿਸ਼ਨ ਨੇ ਕੂਚ ਬਿਹਾਰ ਵਿੱਚ ਦਾਖਲੇ ਤੇ ਭਾਵੇਂ ਰੋਕ ਲਗਾ ਦਿੱਤੀ ਹੈ, ਤੱਥਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਡਾ ਗ੍ਰਹਿ ਮੰਤਰੀ ਭਾਵ ਅਮਿਤ ਸ਼ਾਹ ਅਤੇ ਕੇਂਦਰ ਸਰਕਾਰ ਦੋਵੇਂ ਇਸ ਮਾਮਲੇ ਵਿੱਚ ਮੈਂ ਅਯੋਗ ਠਹਿਰਾਉਣੀ ਹੈ, ਉਹ ਇਸ ਕੰਮ ਦੇ ਵਾਸਤੇ ਜ਼ਿੰਮੇਵਾਰ ਨੇ। ਉਹਨਾਂ ਕਿਹਾ ਕਿ ਮੈਂ ਨੰਦੀਗ੍ਰਾਮ ਦੇ ਵਿੱਚ ਵੀ ਇਹ ਮੁੱਦਾ ਉਠਾਇਆ ਸੀ, ਪਰ ਮੇਰੇ ਬਿਆਨ ਦੇ ਉੱਤੇ ਕਿਸੇ ਨੇ ਉਸ ਵਕਤ ਧਿਆਨ ਹੀ ਨਹੀਂ ਦਿੱਤਾ। ਟਵੀਟ ਕੀਤਾ ਮਮਤਾ ਬੈਨਰਜੀ ਨੇ,
ਚੋਣ ਕਮਿਸ਼ਨ ਦੇ ਉੱਤੇ ਉਹਨਾਂ ਨੇ ਤੰਜ ਕੱਸਿਆ। ਮਮਤਾ ਬੈਨਰਜੀ ਨੇ ਟਵੀਟ ਕਰਕੇ ਲਿਖਿਆ ਕਿ ਉਹ ਆਦਰਸ਼ ਚੋਣ ਜ਼ਾਬਤੇ ਦਾ ਨਾਮ ਬਦਲ ਦੇਵੇ। ਚੋਣ ਕਮਿਸ਼ਨ ਆਦਰਸ਼ ਚੋਣ ਜ਼ਾਬਤੇ ਦਾ ਨਾਮ ਬਦਲ ਕੇ ਮੋਦੀ ਚੋਣ ਜ਼ਾਬਤਾ ਰੱਖ ਦੇਵੇ। ਉਹ ਕਹਿੰਦੇ ਭਾਜਪਾ ਆਪਣੀ ਪੂਰੀ ਤਾਕਤ ਵਰਤ ਸਕਦੀ ਹੈ, ਪਰ ਦੁਨੀਆ ਵਿੱਚ ਕੋਈ ਵੀ ਮੈਨੂੰ ਆਪਣੇ ਲੋਕਾਂ ਨਾਲ ਮਿਲਣ ਅਤੇ ਉਹਨਾਂ ਦਾ ਦਰਦ ਵੰਡਾਉਣ ਤੋਂ ਰੋਕ ਨਹੀਂ ਸਕਦਾ। ਇਸ ਕਰਕੇ ਉਹ ਮੈਨੂੰ ਕੂਚ ਬਿਹਾਰ ਦੇ ਭੈਣ ਭਰਾਵਾਂ ਨੂੰ 3 ਦਿਨਾਂ ਤੱਕ 72 ਘੰਟਿਆਂ ਤੱਕ ਮਿਲਣ ਤੋਂ ਤਾਂ ਰੋਕ ਸਕਦੇ ਆ, ਪਰ ਚੌਥੇ ਦਿਨ ਮੈਂ ਉਹਨਾਂ ਦੇ ਦੁੱਖ ਵਿੱਚ, ਉਹਨਾਂ ਦੇ ਦਰਦ ਵਿੱਚ ਸ਼ਾਮਲ ਜ਼ਰੂਰ ਹੋਵਾਂਗੀ। ਭਾਵ 14 ਅਪ੍ਰੈਲ ਨੂੰ ਮੈਂ ਉਹਨਾਂ ਦੇ ਵਿੱਚ ਹੋਵਾਂਗੀ। ਤੇ ਇਸੇ ਹੀ ਮਸਲੇ ਤੇ ਦੂਸਰੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਪੱਛਮੀ ਬੰਗਾਲ ਦੇ ਲੋਕ ਉਹਨਾਂ ਨੂੰ ਆਖਣ ਕਿ ਅਹੁਦਾ ਛੱਡ ਦਿਓ, ਉਹ ਕਹਿੰਦੇ ਮੈਂ ਗ੍ਰਹਿ ਮੰਤਰੀ ਦਾ ਅਹੁਦਾ ਤਿਆਗ ਦਿਆਂਗਾ, ਛੱਡ ਦਿਆਂਗਾ। ਉਂਝ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਮਮਤਾ ਬੈਨਰਜੀ ਨੂੰ 2 ਮਈ ਤੋਂ ਆਪਣਾ ਵੀ ਅਹੁਦਾ ਛੱਡਣਾ ਪਏਗਾ। ਕਹਿਣ ਦਾ ਭਾਵ ਕਿ ਉਹ ਵਿਧਾਨ ਸਭਾ ਦੀ ਚੋਣ 2 ਮਈ ਨੂੰ ਹਾਰ ਜਾਵੇਗੀ, ਇਸ ਕਰਕੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਲਾਂਭੇ ਹੋਣਾ ਪਏਗਾ। ਅਮਿਤ ਸ਼ਾਹ ਨਾਦੀਆ ਜ਼ਿਲ੍ਹੇ ਦੇ ਵਿੱਚ ਇੱਕ ਰੋਡ ਸ਼ੋਅ ਕਰ ਰਹੇ ਸਨ। ਉਹਨਾਂ ਆਖਿਆ ਕਿ ਮਮਤਾ ਬੈਨਰਜੀ ਦਾ ਦੋਗਲਾ ਚਿਹਰਾ ਸਾਹਮਣੇ ਆ ਗਿਆ, ਕਿਉਂਕਿ ਉਹਨਾਂ ਨੇ ਗੋਲੀਬਾਰੀ ਵਿੱਚ ਮਾਰੇ ਗਏ 4 ਵਿਅਕਤੀਆਂ ਵਾਸਤੇ ਡਾਢਾ ਅਫਸੋਸ ਪ੍ਰਗਟਾਇਆ, ਪਰ ਭਾਜਪਾ ਵਰਕਰ ਦੀ ਹੱਤਿਆ ਤੇ ਉਹ 2 ਸ਼ਬਦ ਵੀ ਨਹੀਂ ਸੀ ਬੋਲੇ। ਉਹ ਕਹਿੰਦੇ ਕਿ ਇਹ ਆਪਣੇ ਆਪ ਦੇ ਵਿੱਚ ਪਤਾ ਲੱਗਦਾ ਕਿ ਮਮਤਾ ਬੈਨਰਜੀ ਦੋਗਲੀ ਹੈ, ਪਰ ਹੁਣ ਠੀਕ ਹੈ, ਭਾਵੇਂ ਉਹ ਭਾਜਪਾ ਵਰਕਰ ਹੋਵੇ, ਭਾਵੇਂ ਆਮ ਨਾਗਰਿਕ ਹੋਵੇ, ਭਾਵੇਂ ਉਹ ਕਿਸੇ ਹੋਰ ਪਾਰਟੀ ਨਾਲ ਸੰਬੰਧਿਤ ਹੋਵੇ, ਕਿਸੇ ਦੀ ਹੱਤਿਆ, ਕਿਸੇ ਦਾ ਕਤਲ ਨਿੰਦਣਯੋਗ ਹੈ। ਕਿਸੇ ਦੀ ਮੌਤ ਦੇ ਉੱਤੇ ਅਫਸੋਸ ਪ੍ਰਗਟਾਇਆ ਜਾਣਾ ਬੜਾ ਲਾਜ਼ਮੀ ਹੈ। ਅਮਿਤ ਸ਼ਾਹ ਇਹ ਤਾਂ ਆਖਦੇ ਹੈ ਕਿ ਦੋਗਲਾ ਚਿਹਰਾ ਮਮਤਾ ਬੈਨਰਜੀ ਦਾ ਸਾਹਮਣੇ ਆ ਗਿਆ, ਪਰ 350 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਹੋ ਗਈਆਂ। ਉਹ ਦੁਸ਼ਮਣ ਨਹੀਂ ਕੋਈ। ਜੇ ਇੱਕ ਦਿਨ ਵੀ ਕਿਤੇ ਕਿਸਾਨ ਜਿਨ੍ਹਾਂ ਨੂੰ ਅੰਨਦਾਤੇ ਕਿਹਾ ਜਾਂਦਾ ਹੜਤਾਲ ਕਰ ਦਿੱਤੀ, ਇਹਨਾਂ ਦੀਆਂ ਪਲੇਟਾਂ ਦੇ ਵਿੱਚ ਕੋਈ ਭੋਜਨ ਨਹੀਂ ਆਉਣਾ। ਅੱਜ ਤੱਕ ਹੋ ਸਕਦਾ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਲੋਕ ਕਦੇ ਸਰਹੱਦ ਤੇ ਗਏ ਨਾ ਹੋਣ। ਸਰਹੱਦ ਤੇ ਵੀ ਇਸ ਤਰ੍ਹਾਂ ਦੀਆਂ ਨੁਕੀਲੀਆਂ ਤਾਰਾਂ ਨਹੀਂ ਹੁੰਦੀਆਂ। ਸਰਹੱਦ ਦੇ ਉੱਤੇ ਵੀ ਇਸ ਤਰ੍ਹਾਂ ਦੀਆਂ ਪਾਬੰਦੀਆਂ ਨਹੀਂ ਹੁੰਦੀਆਂ। ਸਰਹੱਦ ਦੇ ਉੱਤੇ ਵੀ ਉਹਨਾਂ ਦਾ ਪਾਣੀ ਕਦੇ ਬੰਦ ਨਹੀਂ ਕੀਤਾ ਜਾਂਦਾ। ਕਿਸਾਨ ਕੋਈ ਵੈਰੀ ਨਹੀਂ ਨੇ, ਕਿਸਾਨ ਕੋਈ ਖਰਾਤ ਨਹੀਂ ਮੰਗ ਰਹੇ, ਕਿਸਾਨ ਆਪਦੇ ਹੱਕ ਮੰਗ ਰਹੇ ਹੈ। ਲਗਭਗ 5 ਮਹੀਨਿਆਂ ਤੋਂ ਕਿਸੇ ਨੇ ਜਾ ਕੇ ਕਿਸਾਨਾਂ ਦੀ ਸਾਰ ਨਹੀਂ ਲਈ। ਉਹਨਾਂ ਨੂੰ ਆਖਿਆ ਕੀ ਜਾ ਰਿਹਾ ਹੈ? ਉਹਨਾਂ ਨੂੰ ਮਾਓਵਾਦੀ ਆਖਿਆ ਜਾ ਰਿਹਾ ਹੈ, ਟੁਕੜੇ ਟੁਕੜੇ ਗੈਂਗ ਆਖਿਆ ਜਾ ਰਿਹਾ, ਖਾਲਿਸਤਾਨੀ ਆਖਿਆ ਜਾ ਰਿਹਾ ਹੈ। ਉਹਨਾਂ ਨੂੰ ਆਖਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਭਾਰਤ ਦਾ ਸਨਮਾਨ ਨਹੀਂ ਕਰਨਾ ਆਉਂਦਾ, ਇਹਨਾਂ ਨੂੰ ਸੰਵਿਧਾਨ ਦਾ ਨਹੀਂ ਪਤਾ, ਇਹਨਾਂ ਨੂੰ ਕਾਨੂੰਨ ਦਾ ਨਹੀਂ ਪਤਾ। ਜਿਹੜੇ 3 ਖੇਤੀ ਕਾਨੂੰਨ ਬਣਾਏ ਨੇ ਇਹਨਾਂ ਨੂੰ ਉਹਨਾਂ ਦਾ ਨਹੀਂ ਪਤਾ। ਕੀ ਸਿਰਫ ਮਮਤਾ ਬੈਨਰਜੀ ਦਾ ਦੋਗਲਾ ਚਿਹਰਾ ਹੈ? ਇੱਕ ਭਾਜਪਾ ਵਰਕਰ ਦਾ ਕਤਲ ਨਹੀਂ ਹੋਣਾ ਚਾਹੀਦਾ, ਪਰ ਜੇ ਹੋਇਆ, ਜੇ ਤੁਹਾਨੂੰ ਉਹਦੇ ਤੇ ਅਫਸੋਸ ਹੈ, ਤਾਂ 350 ਤੋਂ ਵੱਧ ਕਿਸਾਨ ਸ਼ਹੀਦੀਆਂ ਪਾ ਗਏ ਹੈ। ਕਿ ਉਹਨਾਂ ਤੇ ਅਮਿਤ ਸ਼ਾਹ ਜੀ ਤੁਹਾਡਾ ਅਫਸੋਸ ਕਰਨਾ ਨਹੀਂ ਬਣਦਾ? ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਨਾਲ ਗੱਲ ਕਰਨੀ ਨਹੀਂ ਬਣਦੀ? ਅੰਕੜਾ ਤੁਸੀਂ 303 ਦਾ ਦੇ ਦਿੰਦੇ ਹੋ ਕਿ ਸਾਡੇ ਕੋਲ 303 ਨੇ। ਸ਼ਾਇਦ ਤੁਹਾਨੂੰ ਯਾਦ ਕਰਵਾ ਦਿਆਂ ਕਿ ਇੰਡੀਆ ਦੇ ਵਿੱਚ ਇੱਕ ਰਾਈਫਲ ਹੁੰਦੀ ਸੀ 303, ਨੰਬਰ ਉਹਦਾ ਵੀ ਇਹੀ ਸੀ। ਅੱਜ ਕੱਲ੍ਹ ਕਿਤੇ ਲੱਭਦੀ ਨਹੀਂ। ਇਹ 303 ਦਾ ਅੰਕੜਾ ਦੇਣ ਵਾਲੇ ਆਹੀ ਕਿਸਾਨ, ਆਹੀ ਮਜ਼ਦੂਰ, ਆਹੀ ਭਾਰਤ ਦੇ ਨਾਗਰਿਕ ਨੇ। ਅੱਜ ਤੱਕ ਇਹਦੇ ਤੋਂ ਵੀ ਵੱਡੇ ਵੱਡੇ ਅੰਕੜੇ ਬਹੁਤ ਸਾਰੀਆਂ ਪਾਰਟੀਆਂ ਨੂੰ ਲੋਕ ਦਿੰਦੇ ਰਹੇ ਆ, ਜਿਤਾਉਂਦੇ ਰਹੇ ਆ, ਪਰ ਅੱਜ ਉਹ ਪਾਰਟੀਆਂ ਲੱਭਦੀਆਂ ਨਹੀਂ। ਜੇ ਅੱਜ 303 ਦਾ ਅੰਕੜਾ ਇਹ ਲੋਕ ਤੁਹਾਡੀ ਝੋਲੀ 'ਚ ਪਾ ਸਕਦੇ ਆ, ਤੇ ਕੱਲ ਨੂੰ 3 ਤੇ ਵੀ ਲਿਆ ਕੇ ਖੜਾ ਸਕਦੇ ਆ। 41 ਵਰੇ ਪਹਿਲਾਂ ਸੋਚੋ ਕੀ ਸੀ, 2 ਸੀਟਾਂ। ਸੋ ਕਹਿਣ ਦਾ ਭਾਵ, ਤੁਸੀਂ ਕਹਿੰਦੇ ਹੋ ਕਿ ਅਸੀਂ ਕੀ ਦਈਏ, ਤੁਸੀਂ ਥੋੜੀ ਕੁਝ ਦਿਓਗੇ। ਤੁਹਾਨੂੰ 303 ਦਾ ਅੰਕੜਾ ਇਹਨਾਂ ਲੋਕਾਂ ਨੇ ਦਿੱਤਾ। ਇਹ ਗੱਲ ਸੋਚਣ ਦੀ, ਇਹ ਗੱਲ ਵਿਚਾਰਨ ਦੀ ਜ਼ਰੂਰਤ ਹੈ, ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਆ, ਤੰਤਰ ਤੁਹਾਡੇ ਵਾਲਾ ਛੋਟਾ। ਪਰ ਅੱਜ ਕੱਲ੍ਹ ਉਲਟ ਹੋ ਰਿਹਾ ਹੈ। ਹੁਣ ਉਹ ਕਹਿੰਦੇ ਮੈਂ ਅਸਤੀਫਾ ਦੇ ਦਿਆਂਗਾ। ਜੇ ਪੱਛਮੀ ਬੰਗਾਲ ਦੇ ਲੋਕ ਕਹਿਣਗੇ ਆਪਣੇ ਵਾਅਦੇ ਤੇ ਕਾਇਮ ਰਹੋ। ਪੱਛਮੀ ਬੰਗਾਲ ਦੇ ਲੋਕਾਂ ਦਾ ਮਤਲਬ ਇਹ ਨਹੀਂ ਕਿ ਜਿੰਨੀ ਵੀ ਜਨਤਾ ਇਕੱਲਾ ਇਕੱਲਾ ਕਹਿੰਦਾ ਫਿਰੇ। ਜੇ ਪੱਛਮੀ ਬੰਗਾਲ ਦੇ 10 ਬੰਦਿਆਂ ਨੇ ਵੀ ਕਹਿ ਦਿੱਤਾ, ਕੀ ਅਸਤੀਫਾ ਦਿਓਗੇ? ਕੀ ਆਪਣੀ ਆਖੀ ਗੱਲ ਤੇ ਰਹੋਗੇ? ਹੁਣ ਦੇਖਣਾ ਹੋਏਗਾ ਕਿ ਅਮਿਤ ਸ਼ਾਹ ਜੀ ਜਿਹੜੇ ਭਾਰਤ ਦੇ ਵਿੱਚੋਂ ਦੂਸਰੇ ਨੰਬਰ ਦੇ ਤਾਕਤਵਰ ਵਿਅਕਤੀ ਗਿਣੇ ਜਾ ਰਹੇ ਹੈ, ਕਿ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਅਸਤੀਫਾ ਦਿੰਦੇ ਆ। ਅਗਲੀ ਗੱਲ, ਸਿਹਤ ਵਿਭਾਗ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ। ਸਮੇਂ ਸਮੇਂ ਤੇ ਲਗਭਗ ਇਸ ਤਰ੍ਹਾਂ ਦੀਆਂ ਖਬਰਾਂ ਪਹਿਲਾਂ ਵੀ ਮਿਲਦੀਆਂ ਰਹਿੰਦੀਆਂ। ਜਾਣਕਾਰੀ ਮਿਲੀ ਹੈ ਕਿ ਕਸਬਾ ਕਲਾਨੌਰ ਦੀ ਇੱਕ ਔਰਤ, ਕਰੋਨਾ ਟੈਸਟ ਉਹਨੇ ਕਰਵਾਇਆ ਕੋਈ ਨਹੀਂ, ਰਿਪੋਰਟ ਉਹਦੇ ਆ ਗਈ ਹੈ। ਹੁਣ ਤੁਸੀਂ ਦੇਖੋ ਕਿ ਸਿਹਤ ਵਿਭਾਗ ਕਿੰਨਾ ਸੁਹਿਰਦ ਹੋ ਗਿਆ।
ਉਹਨੂੰ ਐਵੇਂ ਹੀ ਪਤਾ ਲੱਗ ਗਿਆ। ਅੱਗੇ ਜਿਵੇਂ ਕਹਿੰਦੇ ਹੁੰਦੇ ਸੀ ਕਿ ਭਾਈ ਕੋਈ ਵੈਦ ਹੈ, ਕੋਈ ਹਕੀਮ ਹੈ, ਉਹ ਤਾਂ ਨਬਜ਼ ਵੀ ਨਹੀਂ ਫੜਦਾ। ਕਈ ਵੈਦ ਹੁੰਦੇ ਸੀ ਜਿਹੜੇ ਨਬਜ਼ ਫੜਦੇ ਸੀ, ਨਬਜ਼ ਫੜ ਕੇ ਦੱਸ ਦਿੰਦੇ ਸੀ ਕਿ ਭਾਈ ਤੈਨੂੰ ਕਿਹੜੀ ਕਿਹੜੀ ਬਿਮਾਰੀ ਹੈ। ਪਰ ਉਸ ਤਰ੍ਹਾਂ ਦਾ ਵੈਦ, ਉਸ ਤਰ੍ਹਾਂ ਦਾ ਹਕੀਮ ਸਿਹਤ ਵਿਭਾਗ ਬਣ ਗਿਆ, ਟੈਸਟ ਕਰਵਾਇਆ ਨਹੀਂ, ਰਿਪੋਰਟ ਆ ਗਿਆ, ਤੇ ਜਿਹਦੇ ਕਰਕੇ ਸਿਹਤ ਵਿਭਾਗ ਦੇ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਰਾਜਵਿੰਦਰ ਕੌਰ ਨਾਂ ਦੀ ਇੱਕ ਔਰਤ, ਜਿਸ ਦਾ ਕਲਾਨੌਰ ਦੀ ਰਹਿਣ ਵਾਲੀ ਹੈ, ਉਹ ਕਹਿੰਦੀ ਮੇਰਾ ਇੱਕ ਨਜ਼ਦੀਕੀ ਰਿਸ਼ਤੇਦਾਰ ਬਿਮਾਰ ਹੋ ਗਿਆ। ਬਿਮਾਰ ਹੋਣ ਕਾਰਨ ਹਸਪਤਾਲ ਵਿੱਚ ਜੇਰੇ ਇਲਾਜ ਸੀ, ਜਿਸ ਕਾਰਨ ਉਸਨੇ ਕਰੋਨਾ ਦੇ ਪ੍ਰਕੋਪ ਤੋਂ ਡਰਦਿਆਂ ਹੋਇਆਂ ਸ਼ੁੱਕਰਵਾਰ ਨੂੰ ਕਲਾਨੌਰ ਕਮਿਊਨਿਟੀ ਸਿਹਤ ਕੇਂਦਰ ਦੇ ਵਿੱਚ ਆਪਣਾ ਕਰੋਨਾ ਟੈਸਟ ਕਰਵਾਉਣ ਦੇ ਵਾਸਤੇ ਨਾਮ ਦਰਜ ਕਰਵਾ ਦਿੱਤਾ। ਪਰ ਕੁਝ ਹਾਲਾਤ ਇਸ ਤਰ੍ਹਾਂ ਦੇ ਬਣੇ, ਕੁਝ ਕਾਰਨ ਇਸ ਤਰ੍ਹਾਂ ਦੇ ਰਹੇ, ਉਹ ਟੈਸਟ ਕਰਵਾਉਣ ਜਾ ਨਾ ਸਕੀ। ਪਰ ਹੈਰਾਨੀ ਦੀ ਹੱਦ ਉਦੋਂ ਹੋਈ ਜਦੋਂ ਜਿਹੜਾ ਉਹਨਾਂ ਨੇ ਮੋਬਾਈਲ ਨੰਬਰ ਭਰਿਆ ਸੀ, ਉਸ ਮੋਬਾਈਲ ਦੇ ਉੱਤੇ ਉਹਨਾਂ ਦੇ ਟੈਸਟ ਕਰਵਾਏ ਬਗੈਰ ਉਹਨਾਂ ਦੀ ਕਰੋਨਾ ਰਿਪੋਰਟ ਆ ਗਈ। ਹੁਣ ਰਾਜਵਿੰਦਰ ਕੌਰ ਨੇ ਕਿਹਾ ਕਿ ਇਸ ਸੰਬੰਧੀ ਉਹ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਜ਼ਰੂਰ ਕਰਵਾਏਗੀ। ਹੁਣ ਜਿਹਨੇ ਟੈਸਟ ਨਹੀਂ ਕਰਵਾਇਆ ਉਹਦੀ ਰਿਪੋਰਟ ਨੈਗੇਟਿਵ ਜਾਂ ਪੋਜ਼ਿਟਿਵ ਕਿਵੇਂ ਆ ਸਕਦੀ ਹੈ? ਇਹਦਾ ਮਤਲਬ ਜਿੰਨੀਆਂ ਰਿਪੋਰਟਸ ਅੱਜ ਤੱਕ ਆਉਂਦੀਆਂ ਨੇ, ਕੀ ਸਵਾਲੀਆ ਚਿੰਨ੍ਹ ਉਹਨਾਂ ਤੇ ਲੱਗੇਗਾ ਕਿ ਨਹੀਂ? ਬੜੀ ਵਾਰੀ ਇਸ ਤਰ੍ਹਾਂ ਦੀਆਂ ਰਿਪੋਰਟਸ ਆਈਆਂ ਨੇ ਕਿ ਕਿਸੇ ਵਿਅਕਤੀ ਨੇ ਟੈਸਟ ਕਰਵਾਇਆ। ਬੀਤੇ ਦਿਨੀ ਲੁਧਿਆਣਾ ਦੇ ਸਕੂਲ ਦੀ ਇੱਕ ਖਬਰ ਸੀ, ਉੱਥੋਂ ਦੇ 7 ਦਰਜਾ 4 ਕਰਮਚਾਰੀ ਤੇ 7 ਅਧਿਆਪਕ ਸੀ, 14 ਦੀ ਰਿਪੋਰਟ ਪੋਜ਼ਿਟਿਵ ਆ ਗਈ। ਉਹਨਾਂ ਨੂੰ ਲੱਗਿਆ ਕਿ ਸਿੰਪਟਮ ਤਾਂ ਕੋਈ ਨਹੀਂ, ਉਹਨਾਂ ਨੇ ਪ੍ਰਾਈਵੇਟ ਥਾਂ ਤੇ ਰਿਪੋਰਟ ਕਰਵਾਈ, ਰਿਪੋਰਟ ਨੈਗੇਟਿਵ ਆ ਗਈ। ਇਸ ਤਰ੍ਹਾਂ ਦੀਆਂ ਪਹਿਲਾਂ ਵੀ ਬੜੀਆਂ ਖਬਰਾਂ ਆਉਂਦੀਆਂ ਰਹੀਆਂ ਤੇ ਹੁਣ ਆਹ ਖਬਰ ਉਹਨਾਂ ਚੀਜ਼ਾਂ ਨੂੰ ਤਸਦੀਕ ਕਰਦੀ ਹੈ। ਹੁਣ ਜਿਹਨੇ ਰਿਪੋਰਟ ਕਰਵਾਈ ਨਹੀਂ, ਰਿਪੋਰਟ ਨੈਗੇਟਿਵ ਆ ਗਈ ਹੈ ਭਾਵੇਂ, ਪਰ ਆਈ ਕਿਵੇਂ? ਹੁਣ ਵੇਖਦੇ ਹਾਂ ਕਿ ਸਿਹਤ ਵਿਭਾਗ ਇਹਦੇ ਤੇ ਕੋਈ ਕਾਰਵਾਈ ਕਰਦਾ ਕਿ ਨਹੀਂ। ਅਗਲੀ ਖਬਰ ਨੇ ਸੱਚਮੁੱਚ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਟਕਪੂਰਾ ਗੋਲੀकांड ਕੇਸ ਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਤੇ ਖੁਸ਼ੀਆਂ ਮਨਾਉਣ ਵਾਲਿਆਂ, ਖਾਸ ਕਰਕੇ ਅਕਾਲੀ ਦਲ ਸੁਖਬੀਰ ਬਾਦਲ ਦਾ ਮਜ਼ਾਕ ਉਡਾਇਆ ਹੈ। ਉਹਨਾਂ ਕਿਹਾ ਕਿ ਮਾਣਯੋਗ ਅਦਾਲਤ ਨੇ ਹਾਲੇ ਹੁਕਮਾਂ ਦੀ ਕਾਪੀ ਕੋਈ ਜਾਰੀ ਨਹੀਂ ਕੀਤੀ। ਕੈਪਟਨ ਕਹਿੰਦਾ ਅਕਾਲੀ ਲੀਡਰ ਨੂੰ ਜਸ਼ਨ ਨਾ ਮਨਾਏ ਜਾਣ। ਉਹਨਾਂ ਆਖਿਆ ਕਿ ਮਾਮਲਾ ਹਾਲੇ ਖਤਮ ਨਹੀਂ ਹੋਇਆ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਮੈਂ ਸਲਾਹ ਦਿੰਦਾ ਕਿ ਜਿੱਤ ਦੇ ਦਾਅਵੇ ਕਰਨ ਤੋਂ ਪਹਿਲਾਂ ਘੱਟੋ ਘੱਟ ਹੁਕਮਾਂ ਦੀ ਕਾਪੀ ਦੀ ਉਡੀਕ ਕਰ ਲਵੋ ਕਿ ਉਹਦੇ 'ਚ ਲਿਖਿਆ ਕੀ ਹੋਇਆ ਹੈ। ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਸਾਲ 2015 ਦੀ ਘਟਨਾ ਦੀ ਜਾਂਚ ਦੇ ਬਾਰੇ ਹਾਈ ਕੋਰਟ ਦੇ ਫੈਸਲੇ ਸੰਬੰਧੀ ਮੀਡੀਆ ਰਿਪੋਰਟਸ ਦੇ ਉੱਤੇ ਸੁਖਬੀਰ ਬਾਦਲ ਦੇ ਪ੍ਰਤੀਕਰਮ ਦਾ ਮਖੌਲ ਉਡਾਇਆ, ਮਜ਼ਾਕ ਉਡਾਇਆ। ਉਹਨਾਂ ਕਿਹਾ ਕਿ ਅਸਲ ਵਿੱਚ ਹਾਲੇ ਤੱਕ ਅਦਾਲਤ ਦਾ ਫੈਸਲਾ ਅਧਿਕਾਰਤ ਤੌਰ ਤੇ ਸਾਹਮਣੇ ਨਹੀਂ ਆਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਫੈਸਲਾ ਜੋ ਵੀ ਹੋਵੇ, ਮੈਂ ਸਿੱਟ ਦੀ ਜਾਂਚ ਦੇ ਨਾਲ ਖੜਾ ਸੀ ਤੇ ਖੜਾ ਹਾਂ, ਜਿਸ ਵਿੱਚ ਕਿਸੇ ਵੀ ਪੱਖ ਤੋਂ ਬਾਦਲ ਪਰਿਵਾਰ ਨੂੰ ਇਸ ਘਿਨਾਉਣੀ ਘਟਨਾ, ਜਿਸ ਵਿੱਚ ਬੇਦੋਸ਼ ਲੋਕਾਂ ਦੀ ਜਾਨ ਗਈ ਹੋਵੇ, ਉਹਦੀ ਸ਼ਮੂਲੀਅਤ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਇਸ ਘਿਨਾਉਣੇ ਕਾਰੇ ਲਈ ਦੋਸ਼ੀਆਂ ਭਾਵੇਂ ਉਹ ਕੋਈ ਵੀ ਹੋਣ, ਉਹਨਾਂ ਨੂੰ ਸਜ਼ਾ ਦਿਵਾਉਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਮੈਂ ਅਹਿਦ ਲਿਆ ਸੀ ਤੇ ਅੱਜ ਇੱਕ ਵਾਰੀ ਮੈਂ ਫਿਰ ਦੁਹਰਾ ਰਿਹਾ। ਉਹ ਕਹਿੰਦੇ ਉਹਨਾਂ ਦੀ ਸਰਕਾਰ ਸਿੱਟ ਦੀ ਜਾਂਚ ਨੂੰ ਰੱਦ ਕਰਨ ਜਾਂ ਇਸ ਟੀਮ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹਟਾਉਣ ਵਾਲੀ ਕਿਸੇ ਵੀ ਅਦਾਲਤੀ ਹੁਕਮ ਨੂੰ ਜ਼ਰੂਰ ਚੁਣੌਤੀ ਦੇਵੇਗੀ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੇ ਵੱਲੋਂ ਆਪਣੀ ਗੈਰ ਜਿੱਤ ਨੂੰ ਮਨਾਉਣ ਦੀ ਕਾਹਲੀ ਤੋਂ ਉਸ ਦੀ ਬੁਖਲਾਹਟ ਜ਼ਾਹਰ ਹੋ ਰਹੀ ਹੈ, ਕਿਉਂ ਜੋ ਉਸ ਨੂੰ ਸਿੱਟ ਦੀ ਜਾਂਚ ਦੀ ਦਿਸ਼ਾ ਨੂੰ ਵੇਖਦੇ ਹੋਏ ਕੰਧ ਉੱਤੇ ਲਿਖਿਆ ਸਾਫ਼ ਨਜ਼ਰ ਆ ਰਿਹਾ ਸੀ। ਸਿੱਟ ਨੇ ਹੁਣ ਤੱਕ ਕੋਟਕਪੂਰਾ ਮਾਮਲੇ ਦੇ ਵਿੱਚ ਕੋਟਕਪੂਰਾ ਦੇ ਤਤਕਾਲੀ ਅਕਾਲੀ ਵਿਧਾਇਕ ਅਤੇ ਹਲਕਾ ਇੰਚਾਰਜ ਮਨਤਾਰ ਸਿੰਘ ਬਰਾੜ ਸਮੇਤ 6 ਵਿਅਕਤੀਆਂ ਦੇ ਖਿਲਾਫ ਦੋਸ਼ ਪੱਤਰ ਐਦ ਕਰ ਦਿੱਤੇ ਸਨ। ਮਨਤਾਰ ਬਰਾੜ ਖਿਲਾਫ ਦਾਇਰ ਚਾਰਜਸ਼ੀਟ ਵਿੱਚ ਲਿਖਿਆ ਗਿਆ ਹੈ ਕਿ ਕਾਲ ਡਿਟੇਲ ਨੂੰ ਘੋਖਣ ਉੱਤੇ ਇਹ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਉਸ ਵੱਲੋਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ, ਜਿਨ੍ਹਾਂ ਦਾ ਨਾਮ ਗਗਨਦੀਪ ਸਿੰਘ ਬਰਾੜ, ਫੋਨ ਨੰਬਰ ਦਾ ਜ਼ਿਕਰ ਕੀਤਾ ਹੈ 98158000 ਅਤੇ ਮੁੱਖ ਮੰਤਰੀ ਦੇ OSD ਗੁਰਚਰਨ ਸਿੰਘ, ਉਹਨਾਂ ਦੇ ਨੰਬਰ ਦਾ ਜ਼ਿਕਰ ਕੀਤਾ ਜਿਹੜਾ ਉਹਨਾਂ ਨੇ ਪ੍ਰੈਸ ਨੋਟ ਸਾਨੂੰ ਭੇਜਿਆ 9915 84693। ਇਹਨਾਂ ਫੋਨਾਂ ਦੇ ਰਾਹੀਂ ਕਹਿੰਦੇ ਫੋਨ ਕਾਲਾਂ ਕੀਤੀਆਂ ਗਈਆਂ ਉਸ ਵਕਤ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਵੱਲੋਂ ਬਦਲਾਖੋਰੀ ਦਾ ਰੌਲਾ ਪਾ ਕੇ
ਉਸ ਸ਼ਿਕੰਜੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਉਹ ਬਰਾੜ ਖਿਲਾਫ ਦਾਇਰ ਚਾਰਜਸ਼ੀਟ ਵਿੱਚ ਖੁਦ ਨੂੰ ਫਸਿਆ ਮਹਿਸੂਸ ਕਰ ਰਹੇ ਨੇ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵੱਲੋਂ ਹਾਈ ਕੋਰਟ ਦੇ ਹੁਕਮ ਜੋ ਹਾਲੇ ਆਉਣੇ ਨੇ ਵਿੱਚ ਆਪਣੀ ਬੇਗੁਨਾਹੀ ਸੰਬੰਧੀ ਪੁਸ਼ਟੀ ਕਰਨ ਦੀ ਮੰਗ ਦਿਖਾਈ ਦੇ ਰਹੀ ਹੈ ਤੇ ਕਾਹਲ ਕੀਤੀ ਜਾ ਰਹੀ ਹੈ। ਉਹ ਕਹਿੰਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਬਖਸ਼ਿਆ ਨਹੀਂ ਜਾਣਾ ਜਿਹੜਾ ਦੋਸ਼ੀ ਹੋਇਆ। ਉਹਨਾਂ ਅੱਗੇ ਦੱਸਿਆ ਕਿ ਬਾਦਲ ਪਰਿਵਾਰ ਨੇ ਬੀਤੇ 4 ਸਾਲਾਂ ਦੌਰਾਨ ਇਸ ਮਾਮਲੇ ਦੀ ਜਾਂਚ ਦੇ ਵਿੱਚ ਰੁਕਾਵਟਾਂ ਖੜੀਆਂ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਉਹ ਛੱਡੀ ਅਤੇ ਪਹਿਲੀ ਦਫਾ CBI ਨੂੰ ਇਸ ਮਾਮਲੇ ਦੀ ਜਾਂਚ ਸੌਂਪੇ ਜਾਣ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਰਿਹਾ, ਕਿਉਂਕਿ ਕੇਂਦਰ ਦੇ ਵਿੱਚ ਸੱਤਾਧਾਰੀ ਗੱਠਜੋੜ ਵਿੱਚ ਉਹ ਹਿੱਸੇਦਾਰ ਸੀ, ਉਹ ਭਾਈਵਾਲ ਸੀ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਜਾਂਚ ਨੂੰ ਕਿਸੇ ਤਣਪੱਤਣ ਨਾ ਲੱਗਣ ਦਿੱਤਾ, ਸਗੋਂ ਉਹ ਰੋਕਣ ਵਾਸਤੇ ਸਾਰੇ ਪੈਂਤੜੇ ਅਪਣਾਏ, ਜਿਨ੍ਹਾਂ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਜਾਂਚ ਪੂਰੀ ਕਰਨ ਲਈ ਕੇਂਦਰੀ ਜਾਂਚ ਏਜੰਸੀ ਤੋਂ ਕੇਸ ਵਾਪਸ ਲੈ ਕੇ ਇੱਕ ਸਿੱਟ ਨੂੰ ਸੌਂਪੇ ਜਾਣ ਦੀ ਕਾਰਵਾਈ ਦੇ ਵਿੱਚ ਵਿਘਨ ਵੀ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਕੈਪਟਨ ਨੇ ਆਖਿਆ ਕਿ ਆਮ ਆਦਮੀ ਪਾਰਟੀ ਕਹਿੰਦੇ ਉਹ ਵੀ ਤਰਕਹੀਣ ਤੇ ਬੇਬੁਨਿਆਦ ਦੋਸ਼ ਲਾਈ ਜਾ ਰਹੀ ਹੈ ਅਤੇ ਇਸ ਮੁੱਦੇ ਦੇ ਉੱਤੇ, ਇਸ ਮਾਮਲੇ ਦੇ ਉੱਤੇ ਇਹਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਆਪ ਨੂੰ ਵੀ ਆੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਸੁਖਬੀਰ ਦੀ ਤਰ੍ਹਾਂ ਆਮ ਆਦਮੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੀ ਹਾਈ ਕੋਰਟ ਦੀ ਸਮਝ ਨੂੰ ਜਾਣੇ ਬਗੈਰ ਐਵੇਂ ਅਵਾ ਤਵਾ ਬੋਲੀ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਡਰਾਮੇਬਾਜ਼ੀ, ਜਿਸ ਦੀ ਕਿ ਪੰਜਾਬ ਵਿੱਚ ਕੋਈ ਥਾਂ ਹੀ ਨਹੀਂ, ਹਾਸੇ ਮਜ਼ਾਕ ਤੋਂ ਇਲਾਵਾ ਉਹਨਾਂ ਦੇ ਪੱਲੇ ਕੁਝ ਕੱਖ ਹੈ ਹੀ ਨਹੀਂ। ਇਸ ਮੁੱਦੇ ਤੇ ਅਕਾਲੀ ਦਲ ਅਤੇ ਕਾਂਗਰਸ ਵਿੱਚ ਮਿਲੀ ਭੁਗਤ ਹੋਣ ਸੰਬੰਧੀ ਭਗਵੰਤ ਮਾਨ ਵੱਲੋਂ ਲਗਾਏ ਗਏ ਦੋਸ਼ ਉਹ ਕਹਿੰਦੇ ਸਿਰਫ ਹਾਸੋ ਹੀ ਨਹੀਂ, ਬਲਕਿ ਇਹਨਾਂ ਵਿੱਚ ਕੋਈ ਤਰਕ, ਇਹਨਾਂ ਵਿੱਚ ਕੋਈ ਦਲੀਲ ਹੀ ਨਹੀਂ। ਉਹਨਾਂ ਕਿਹਾ ਕਿ ਆਮ ਆਦਮੀ ਦੇ ਕਿਸੇ ਵੀ ਨੇਤਾ ਦੇ ਤਰਕਪੂਰਨ ਹੋਣ ਦੀ ਉਮੀਦ ਰੱਖਣਾ ਇੰਜ ਹੈ ਜਿਵੇਂ ਰਾਤ ਨੂੰ ਸੂਰਜ ਚੜ੍ਹਨ ਦੀ ਉਮੀਦ ਰੱਖਣੀ ਹੋਵੇ। ਹੁਣ ਇਹਦੇ ਵਿੱਚ ਦੱਸਣਾ ਬਣਦਾ ਕਿ ਮਨਤਾਰ ਬਰਾੜ ਤੋਂ ਇਲਾਵਾ ਕੋਟਕਪੂਰਾ ਮਾਮਲੇ ਵਿੱਚ ਜਿਹੜੀ ਚਾਰਜਸ਼ੀਟ ਕੀਤੀ ਗਈ ਸੀ, ਕਈ ਸੀਨੀਅਰ ਪੁਲਿਸ ਅਧਿਕਾਰੀ ਵੀ, ਜਿਨ੍ਹਾਂ ਵਿੱਚ IG ਲੁਧਿਆਣਾ ਪਰਮਰਾਜ ਸਿੰਘ ਉਮਰਾ ਨੰਗਲ, ਤਤਕਾਲੀ SSP ਮੋਗਾ ਚਰਨਜੀਤ ਸ਼ਰਮਾ, ਪੁਲਿਸ ਥਾਣਾ ਸਿਟੀ ਕੋਟਕਪੂਰਾ ਦੇ ਉਸ ਵਕਤ ਦੇ ਭਾਵ ਤਤਕਾਲੀ SHO ਗੁਰਦੀਪ ਸਿੰਘ, ਕੋਟਕਪੂਰਾ ਦੇ ਤਤਕਾਲੀ DSP ਬਲਜੀਤ ਸਿੰਘ ਅਤੇ ਤਤਕਾਲੀ ADCP ਲੁਧਿਆਣਾ ਪਰਮਜੀਤ ਸਿੰਘ ਪੰਨੂ ਵੀ ਸ਼ਾਮਲ ਰਹੇ। ਇਸ ਤੋਂ ਇਲਾਵਾ DGP ਸੁਮੇਧ ਸੈਣੀ ਨੂੰ ਇਸ ਕੇਸ ਵਿੱਚ ਚਲਾਨ ਜਾਰੀ ਕੀਤਾ ਗਿਆ। ਸੈਣੀ ਅਤੇ ਉਮਰਾ ਨੰਗਲ ਦੀਆਂ ਅਗਾਊਂ ਜ਼ਮਾਨਤ ਸੰਬੰਧੀ ਪਟੀਸ਼ਨਾਂ ਨੂੰ ਬੀਤੀ 11 ਫਰਵਰੀ ਨੂੰ ਸੈਸ਼ਨ ਕੋਰਟ ਫਰੀਦਕੋਟ ਨੇ ਖਾਰਜ ਕਰ ਦਿੱਤਾ ਸੀ ਅਤੇ ਉਹਨਾਂ ਨੇ ਇਸ ਲਈ ਹਾਈ ਕੋਰਟ ਕੋਲ ਵਿੱਚ ਪਹੁੰਚ ਵੀ ਕੀਤੀ ਸੀ। ਦੂਸਰੇ ਪਾਸੇ ਹੁਣ ਜਿਹੜੀ ਪੀੜਤ ਧਿਰ ਹੈ, ਗੋਲੀ ਕਾਂਡ ਦੇ ਵਿੱਚ ਜਿਹੜੀ ਪੀੜਤ ਧਿਰ ਹੈ, ਉਹਨਾਂ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਗੋਲੀकांड ਦੇ ਮਾਮਲਿਆਂ ਦੀ ਜਾਂਚ ਕਰ ਰਹੀ SIT ਦੀਆਂ ਸਾਰੀਆਂ ਚਲਾਨ ਰਿਪੋਰਟਾਂ ਰੱਦ ਕਰਕੇ ਨਵੀਂ ਸਿੱਟ ਦਾ ਗਠਨ ਕਰਨਾ, ਹਾਈ ਕੋਰਟ ਦਾ ਫੈਸਲਾ ਸੁਣਾਉਣਾ, ਉਸ ਤੋਂ ਬਾਅਦ ਪੀੜਤ ਪਰਿਵਾਰਾਂ ਦੇ ਵਿੱਚ ਨਿਰਾਸ਼ਾ ਦਾ ਆਲਮ ਹੈ। ਸ਼ਹੀਦ ਕਿਸ਼ਨ ਭਗਵਾਰ ਸਿੰਘ ਨਿਆਮੀਵਾਲਾ ਅਤੇ ਸ਼ਹੀਦ ਗੁਰਜੀਤ ਸਿੰਘ ਦੇ ਵਾਰਸਾਂ ਦਾ ਦੋਸ਼ ਹੈ ਕਿ ਸਿਆਸਤਦਾਨਾਂ ਨੇ ਅੱਜ ਤੱਕ ਜੋ ਵੀ ਕੀਤਾ ਇਹਦੇ ਤੋਂ ਵੱਧ ਕੁਝ ਨਹੀਂ, ਸਾਨੂੰ ਸਿਰਫ ਜ਼ਲੀਲ ਕੀਤਾ। ਪੀੜਤ ਪਰਿਵਾਰਾਂ ਨੇ ਕਿਹਾ ਕਿ ਹੁਣ ਉਹਨਾਂ ਦੀ ਜਾਂਚ ਕਮਿਸ਼ਨਾਂ, SITਆਂ, ਨਿਆਂ ਪ੍ਰਣਾਲੀਆਂ ਇਹਨਾਂ ਤੋਂ ਵਿਸ਼ਵਾਸ ਉਠਾਉਂਦੀ ਜਾ ਰਹੀ ਹੈ। ਸਰਕਾਰ ਤੋਂ ਵੀ ਇਨਸਾਫ ਦੀ ਕਹਿੰਦੇ ਕੋਈ ਆਸ ਬਾਕੀ ਨਹੀਂ ਬਚੀ ਅਤੇ ਉਹ ਹੁਣ ਸੁਪਰੀਮ ਕੋਰਟ ਜਾਣ ਦੀ ਬਜਾਏ ਵੀ ਜਿੱਥੇ ਜਾਣਗੇ ਉਹ ਵਾਹਿਗੁਰੂ ਤੋਂ ਸਿਰਫ ਤੇ ਸਿਰਫ ਇਨਸਾਫ ਦੀ ਮੰਗ ਰੱਖਣਗੇ। ਉੱਥੇ ਹੀ ਸਿੱਟ ਦੇ ਮੁਖੀ IG ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ ਪੇਸ਼ ਕੀਤੀਆਂ ਚਲਾਨ ਰਿਪੋਰਟਾਂ ਨੂੰ ਜਨਤਕ ਕਰਦੇ ਹੋਏ ਉਹ ਕਹਿੰਦੇ ਸਿਆਸਤਦਾਨ ਵੀ ਨੰਗੇ ਕੀਤੇ, ਉਹਦੇ 'ਚ ਪੁਲਿਸ ਅਫਸਰ ਵੀ ਨੰਗੇ ਹੋਏ ਅਤੇ ਹੋਰਨਾਂ ਦੀ ਅਸਲੀਅਤ ਤੋਂ ਪਿੰਡ-ਪਿੰਡ ਘਰ-ਘਰ ਜੋ ਵੀ ਕੁਝ ਉਸ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਸੀ, ਲੋਕਾਂ ਨੂੰ ਪਿੰਡ-ਪਿੰਡ ਘਰ-ਘਰ ਜਾ ਕੇ ਅਸੀਂ ਜਾਣੂ ਕਰਵਾਵਾਂਗੇ। ਉਹਨਾਂ 13 ਅਪ੍ਰੈਲ ਨੂੰ ਬੱਤੀਆਂਵਾਲਾ ਚੌਂਕ ਕੋਟਕਪੂਰਾ ਦੇ ਵਿੱਚ ਦੇਸ਼ ਭਰ ਦੀਆਂ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਦੇ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਵਾਜਾਈ ਦੇ ਵਿੱਚ ਅਸੀਂ ਅੜਿੱਕਾ ਨਹੀਂ ਪੈਣ ਦੇਵਾਂਗੇ, ਪਰ ਉਸ ਦਿਨ ਅਗਲਾ ਸੰਘਰਸ਼ ਉਲੀਕਣ ਸੰਬੰਧੀ ਰਣਨੀਤੀ ਜ਼ਰੂਰ ਤਿਆਰ ਕੀਤੀ ਜਾਏਗੀ। ਪ੍ਰੋਗਰਾਮ ਦੀ ਰੂਪਰੇਖਾ ਸੰਬੰਧੀ ਸੰਗਤਾਂ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਸਰਾਵਾ ਨੇ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀ ਭੁਗਤਾ ਦੋਸ਼ ਲਗਾਉਂਦਿਆਂ ਆਖਿਆ ਕਿ ਉਹਨਾਂ ਦੇ ਜ਼ਿਗਰ ਦੇ ਟੋਟਿਆਂ ਦੀ ਸ਼ਹੀਦੀ ਤੇ ਸਿਆਸੀ ਰੋਟੀਆਂ ਸੇਕਣ ਵਾਲੇ
ਗੁਨਾਹਾਂ ਦਾ ਖਮਿਆਜ਼ਾ ਉਹਨਾਂ ਨੂੰ ਲੋਕ ਕਚਹਿਰੀ ਵਿੱਚ ਜ਼ਰੂਰ ਭੁਗਤਣਾ ਪਏਗਾ। ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੇ ਭਾਵੁਕ ਹੁੰਦਿਆਂ ਆਖਿਆ ਕਿ ਪਹਿਲਾਂ ਬਾਦਲ ਸਰਕਾਰ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ, ਫਿਰ ਬੇਅਦਬੀ ਕਾਂਡ ਦਾ ਲਾਹਾ ਲੈ ਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ। ਉਹ ਕਹਿੰਦੇ ਕੈਪਟਨ ਸਰਕਾਰ ਨੇ ਵੀ ਸਿਰਫ ਜੇ ਕੁਝ ਕੀਤਾ ਉਹਨਾਂ ਨੂੰ ਜ਼ਲੀਲ ਕੀਤਾ। ਸ਼ਹੀਦ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਪੁੱਤਰ ਨੇ ਸੁਖਰਾਜ ਸਿੰਘ ਨੇ ਆਖਿਆ ਕਿ SIT ਦੀਆਂ ਚਲਾਣ ਰਿਪੋਰਟਾਂ ਜਨਤਕ ਕਰਦੇ ਹੋਏ ਪੁਲਿਸ ਅਫਸਰਾਂ ਅਤੇ ਸਿਆਸਤਦਾਨਾਂ ਤੋਂ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਅਸੀਂ ਜਾਣੂ ਜ਼ਰੂਰ ਕਰਵਾਵਾਂਗੇ। ਹੁਣ ਵੇਖਦੇ ਹਾਂ ਕਿ 13 ਅਪ੍ਰੈਲ ਨੂੰ ਹੋਣ ਵਾਲੇ ਇਸ ਧਰਨੇ ਦੀ ਜਿਹੜੀ ਰੂਪਰੇਖਾ ਤਿਆਰ ਕਰ ਲਈ ਗਈ ਹੈ, ਉਹਦੇ ਤੋਂ ਬਾਅਦ ਕਿਸ ਤਰ੍ਹਾਂ ਦਾ ਪ੍ਰੋਗਰਾਮ, ਕਿਸ ਤਰ੍ਹਾਂ ਦੀ ਰੂਪਰੇਖਾ ਉਲੀਕੀ ਜਾਂਦੀ ਹੈ। ਹੁਣ ਅਗਲੀ ਖਬਰ ਹੈ, ਅੱਜ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿਸ ਦੇ ਵਿੱਚ ਲੱਖਾ ਸਿਧਾਣਾ ਨਵਜੋਤ ਸਿੱਧੂ ਦੀ ਪ੍ਰਤੀਕਿਰਿਆ ਉਸ ਖਬਰ ਤੇ ਸਾਂਝੀ ਕੀਤੀ ਸੀ ਕਿ ਲੱਖਾ ਸਿਧਾਣਾ ਦੇ ਭਰਾ ਨੂੰ ਦਿੱਲੀ ਪੁਲਿਸ ਨੇ ਚੁੱਕਿਆ, ਅੰਨਾ ਤਸ਼ੱਦਦ ਢਾਹਿਆ। ਇੰਜ ਪਹਿਲਾਂ ਵੀ ਪੰਜਾਬ ਦੇ ਵਿੱਚ ਹੁੰਦਾ ਰਿਹਾ। ਕਿਸੇ ਨੌਜਵਾਨ ਨੂੰ ਅਗਵਾ ਕੀਤਾ 90 ਦੇ ਦਹਾਕੇ ਤੇ ਨਜ਼ਰ ਮਾਰੋ, ਫਿਰ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿਓ, ਹਾਲਾਂਕਿ ਉਹ ਬੇਕਸੂਰ ਬੇਗੁਨਾਹ ਹੁੰਦਾ ਸੀ ਕਿ ਹਾਂ ਜੇਕਰ ਉਹ ਦੋਸ਼ੀ ਵਿਅਕਤੀ ਜਿਹੜਾ ਕਥਿਤ ਦੋਸ਼ੀ ਹੈ ਉਹ ਪੁਲਿਸ ਅੱਗੇ ਆਤਮ ਸਮਰਪਣ ਨਹੀਂ ਕਰਦਾ, ਹਾਜ਼ਰ ਨਹੀਂ ਹੁੰਦਾ, ਤੇ ਪਰਿਵਾਰ ਦੇ ਮੈਂਬਰਾਂ ਨੂੰ ਚੁੱਕ ਲਓ, ਉਹਨਾਂ ਦੇ ਪਸ਼ੂ ਖੋਲ ਦਿਓ। ਭਾਵ ਤੰਗ ਪਰੇਸ਼ਾਨ ਉਹਨਾਂ ਵੇਲਿਆਂ ਵਿੱਚ ਵੀ ਕੀਤਾ ਜਾਂਦਾ ਸੀ। ਤੇ ਇਸੇ ਹੀ ਘਟਨਾਕ੍ਰਮ ਦੇ ਉੱਤੇ ਸੁਖਬੀਰ ਬਾਦਲ ਹੋਰਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਦਿੱਲੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਅਗਵਾ ਕਰਕੇ ਕੁੱਟਣ ਦੀ, ਮਾਰਨ ਦੀ ਨਿੰਦਿਆ ਕੀਤੀ ਹੈ। ਕਿਹਾ ਕਿ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਨੌਜਵਾਨਾਂ ਤੇ ਜ਼ੁਲਮ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ। ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਪੁਲਿਸ ਨੇ ਲਾਲ ਕਿਲੇ ਤੇ 26 ਜਨਵਰੀ ਦੀ ਕਾਰਵਾਈ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਲੱਖਾ ਸਿਧਾਣਾ ਦੇ ਭਰਾ ਨੂੰ ਅਗਵਾ ਕੀਤਾ, ਬੇਰਹਿਮੀ ਨਾਲ ਕੁੱਟਮਾਰ ਕੀਤੀ, ਉਹ ਅਤ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਉਹ ਦਿੱਲੀ ਪੁਲਿਸ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਦੇ ਵਿੱਚ ਸ਼ਾਮਲ ਹੋਣ ਦੀ ਆਗਿਆ ਕਿਉਂ ਦੇ ਰਿਹਾ ਹੈ। ਦਿੱਲੀ ਪੁਲਿਸ ਉਹ ਪੰਜਾਬ ਦੇ ਵਿੱਚ ਕੀ ਕਰਨ ਆਉਂਦੀ ਹੈ? ਕਹਿੰਦੇ ਉਹਦਾ ਪੰਜਾਬ ਦੇ ਵਿੱਚ ਕੋਈ ਅਧਿਕਾਰ ਖੇਤਰ ਹੈ, ਪਰ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਨੌਜਵਾਨਾਂ ਨੂੰ ਸਜ਼ਾ ਦੇਣ ਲਈ ਛਾਪੇ ਮਾਰਨ ਦੀ ਦਿੱਲੀ ਪੁਲਿਸ ਨੂੰ ਛੋਟ ਦੇ ਰੱਖੀ ਹੈ। ਇਸ ਨੂੰ ਤੁਰੰਤ ਰੋਕਣ ਦੀ ਜ਼ਰੂਰਤ ਹੈ। ਮੁੱਖ ਮੰਤਰੀ ਦੇ ਵੱਲੋਂ ਉਹ ਕਹਿੰਦੇ ਭਾਜਪਾ ਦੀ ਅਗਵਾਈ ਵਾਲੀ ਜਿਹੜੀ ਮੋਦੀ ਸਰਕਾਰ ਹੈ ਉਹਦੇ ਸਾਹਮਣੇ ਮੁਕੰਮਲ ਤੌਰ ਤੇ ਗੋਡੇ ਟਿੱਕੇ ਹੋਏ ਹੈ। ਉਹ ਕਹਿੰਦੇ ਅਸੀਂ ਵੇਖਿਆ ਕਿ ਪੰਜਾਬੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਕਿਵੇਂ ਤੁਸੀਂ ਹਰ ਮੁੱਦੇ ਤੇ ਭਾਜਪਾ ਦੇ ਨਾਲ ਮੈਚ ਫਿਕਸ ਕੀਤਾ ਹੋਇਆ ਹੈ, ਤੈਅ ਮੈਚ ਖੇਡ ਰਹੇ ਹੋ। ਅਸੀਂ ਤੁਹਾਨੂੰ ਪੰਜਾਬ ਦੇ ਅਧਿਕਾਰਾਂ ਦਾ ਕੇਂਦਰ ਦੇ ਸਾਹਮਣੇ ਕਹਿੰਦੇ ਸਮਝੌਤਾ ਕਰਨ ਨਹੀਂ ਦੇਵਾਂਗੇ। ਹੁਣ ਤੁਸੀਂ ਕਹਿੰਦੇ ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਸਾਜ਼ਿਸ਼ ਦਾ ਹਿੱਸਾ ਬਣ ਰਹੇ ਹੋ। ਤੁਹਾਨੂੰ ਦਿੱਲੀ ਪੁਲਿਸ ਵੱਲੋਂ ਸਾਡੇ ਸੈਂਕੜੇ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਨੂੰ ਮੂਕ ਦਰਸ਼ਕ ਬਣ ਕੇ ਅਸੀਂ ਨਹੀਂ ਵੇਖਣ ਦੇਣਾ ਚਾਹੁੰਦੇ। ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਪੰਜਾਬ ਦੇ ਅਧਿਕਾਰਾਂ ਦੀ ਰੱਖਿਆ ਲਈ ਡਟ ਕੇ ਖੜੇ ਹੋਵੋ ਅਤੇ ਦਿੱਲੀ ਦੀ ਪੁਲਿਸ ਖਿਲਾਫ ਅਪਰਾਧਿਕ ਮਾਮਲਾ ਦਰਜ ਕਰੋ, ਜਿਨ੍ਹਾਂ ਨੇ ਲੱਖੇ ਸਿਧਾਣਾ ਦੇ ਭਰਾ ਨੂੰ ਅਗਵਾ ਕੀਤਾ ਤੇ ਜ਼ੁਲਮ ਕੀਤਾ। ਤੁਸੀਂ ਵੇਖੋ ਕਿ ਉਹਨਾਂ ਦਾ ਅਧਿਕਾਰ ਖੇਤਰ ਕੀ ਹੈ। ਇੱਕ ਪੁਲਿਸ ਜੇ ਦੂਸਰੇ ਸੂਬੇ ਵਿੱਚ ਜਾਂਦੀ ਹੈ ਤਾਂ ਸਬੰਧਤ ਥਾਣੇ ਨੂੰ ਦੱਸਣਾ ਬੜਾ ਲਾਜ਼ਮੀ ਹੈ। ਲਾਅ ਦਾ ਵਿਦਿਆਰਥੀ ਹੈ, ਯੂਨੀਵਰਸਿਟੀ ਦੇ ਵਿੱਚ ਆਪਣਾ ਪੇਪਰ ਦੇਣ ਗਿਆ, ਉੱਥੋਂ ਦਿੱਲੀ ਪੁਲਿਸ ਆਉਂਦੀ, ਉਹਨੂੰ ਚੁੱਕਦੀ ਹੈ, ਜ਼ਬਰ ਢਾਉਂਦੀ ਹੈ, ਅਗਵਾ ਕਰਦੀ ਹੈ। ਕਿ ਕਿਡਨੈਪਿੰਗ ਦਾ ਮਾਮਲਾ ਬਣਦਾ ਨਹੀਂ? ਜੇਕਰ ਕੋਈ ਹੋਰ ਵਿਅਕਤੀ ਇਸ ਤਰ੍ਹਾਂ ਕਿਸੇ ਵਿਅਕਤੀ ਨੂੰ ਅਗਵਾ ਕਰੇ ਕਿ ਉਹਦੇ ਉੱਤੇ ਕਿਡਨੈਪਿੰਗ ਦੀ ਧਾਰਾ ਲੱਗਦੀ ਨਹੀਂ? ਇਹਦੇ ਉੱਤੇ ਪੰਜਾਬ ਪੁਲਿਸ ਨੂੰ ਬਣਦੀ ਸਰਦੀ ਕਾਰਵਾਈ ਕਰਨੀ ਚਾਹੀਦੀ ਹੈ। ਨਹੀਂ ਤਾਂ ਫਿਰ ਅੱਜ ਇਹ ਗੱਲ ਸਹਿ ਦੀ ਨਹੀਂ, ਗੱਲ ਪੈਸੇ ਦੀ ਹੈ। ਕੱਲ੍ਹ ਨੂੰ ਦਿੱਲੀ ਪੁਲਿਸ ਬਾਰੇ ਹੋਰ ਵੀ ਛਾਪੇ ਮਾਰਨਗੇ ਤੇ ਇਸ ਤਰੀਕੇ ਹੋਰ ਨੌਜਵਾਨਾਂ ਨੂੰ ਵੀ ਚੁੱਕਿਆ ਜਾ ਸਕਦਾ ਹੈ। ਇਸ ਚੀਜ਼ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਨੇ ਸਖਤ ਐਕਸ਼ਨ ਕੀਤਾ ਹੈ। ਉਹ ਕਹਿੰਦੇ ਅਸੀਂ ਵਾਰਨਿੰਗ ਦਿੰਦੇ ਹਾਂ ਕੇਂਦਰ ਸਰਕਾਰ ਨੂੰ ਤੇ ਦਿੱਲੀ ਪੁਲਿਸ ਨੂੰ ਕਿ ਇਸ ਤਰ੍ਹਾਂ ਦੀਆਂ ਜ਼ਿਆਦਤੀਆਂ ਬੰਦ ਕਰ ਦਿਓ, ਨਹੀਂ ਤਾਂ ਸਾਨੂੰ ਆਪਣਾ ਰੋਸ ਪ੍ਰਦਰਸ਼ਨ ਹੋਰ ਵੀ ਤਿੱਖਾ ਕਰਨਾ ਪਏਗਾ। ਤੇ ਹੁਣ ਕਿਸਾਨੀ ਸੰਘਰਸ਼ ਦੇ ਵਿੱਚੋਂ ਹੀ ਅਗਲੀ ਖਬਰ ਮਿਲੀ ਹੈ। ਟਿਕਰੀ ਸਰਹੱਦ ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਗਾਜ਼ੀਪੁਰ ਤੇ ਵੀ ਚੱਲ ਰਿਹਾ ਹੈ, ਸਿੰਘੂ ਤੇ ਵੀ ਚੱਲ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਇੱਕ ਨੌਜਵਾਨ ਕਿਸਾਨ ਦੀ ਮੌਤ ਹੋਈ ਹੈ। ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ ਅਤੇ ਪਰਮਵੀਰ ਸਿੰਘ ਨੇ ਦੱਸਿਆ ਕਿ ਪਿੰਡ ਧੌਲ ਖੁਰਦਾ 36 ਵਰਿਆਂ ਦਾ ਨੌਜਵਾਨ ਕਿਸਾਨ ਲਖਵੀਰ ਸਿੰਘ
ਦਿੱਲੀ ਧਰਨੇ ਦੇ ਉੱਤੇ ਲਗਭਗ 2 ਮਹੀਨਿਆਂ ਤੋਂ ਡਟਿਆ ਹੋਇਆ ਸੀ। ਜਾਣਕਾਰੀ ਮਿਲੀ ਹੈ ਕਿ ਦਿਲ ਦਾ ਦੌਰਾ ਪਿਆ ਤੇ ਮੌਤ ਹੋ ਗਈ। ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਭੜਾਸ ਕੱਢਦੇ ਹੋਏ ਕਿਹਾ ਕਿ ਜਦੋਂ ਤੱਕ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਉਹ ਕਰ ਦਿੰਦੀ ਉਦੋਂ ਤੱਕ ਸਾਡਾ ਇਹ ਅੰਦੋਲਨ ਜਾਰੀ ਰਹੇਗਾ। ਇਸੇ ਤਰ੍ਹਾਂ ਪਤਾ ਲੱਗਿਆ ਕਿ ਦਿੱਲੀ ਇਸੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਿਰਕਤ ਕਰਨ ਗਏ ਸਨ ਪਿੰਡ ਭੋਜੀਆਂ ਦੇ ਇੱਕ ਖੇਤ ਮਜ਼ਦੂਰ, ਉਹਨਾਂ ਦੀ ਵੀ ਮੌਤ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਕਾਈ ਦੇ ਪ੍ਰਧਾਨ ਬਲਜੀਤ ਸਿੰਘ ਝਬਾਲ ਨੇ ਦੱਸਿਆ ਕਿ 20 ਮਾਰਚ ਨੂੰ ਦਿੱਲੀ ਧਰਨੇ ਤੇ ਉਹ ਜੱਥੇ ਨਾਲ ਗਏ ਸਨ ਪਿੰਡ ਭੋਜੀਆਂ ਦੇ। ਬਰਕਤ ਉਰਫ ਮੰਨਣ ਪੁੱਤਰ ਸੂਬਾ ਸਿੰਘ 7 ਅਪ੍ਰੈਲ ਨੂੰ ਪਿੰਡ ਵਾਪਸ ਆ ਰਹੇ ਸੀ। ਰਸਤੇ ਦੇ ਵਿੱਚ ਕਰਨਾਲ ਦੇ ਕੋਲ ਉਹਨਾਂ ਨੂੰ ਛਾਤੀ ਵਿੱਚ ਦਰਦ ਮਹਿਸੂਸ ਹੋਇਆ ਤੇ ਸਿਹਤ ਵਿਗੜਨ ਲੱਗੀ। ਉਹਨਾਂ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤੇ ਜਿੱਥੇ ਉਹਨਾਂ ਦੀ ਮੌਤ ਹੋ ਗਈ ਹੈ। ਉਹਨਾਂ ਆਖਿਆ ਕਿ ਕਿਸਾਨ ਬਰਕਤ ਦੀ ਕਿਸਾਨੀ ਸੰਘਰਸ਼ ਦੇ ਲੇਖੇ ਜਿੰਦ ਲੱਗ ਗਈ ਹੈ, ਪਰ ਇਹ ਸ਼ਹੀਦੀ ਅਜਾਈਂ ਨਹੀਂ ਜਾਣ ਦਿੱਤੀ ਜਾਵੇਗੀ। ਤੁਸੀਂ ਦੇਖੋ ਕਿ ਪਹਿਲਾਂ ਅਮਿਤ ਸ਼ਾਹ ਹੋਰਾਂ ਦੇ ਬਿਆਨ ਦੇ ਉੱਤੇ ਮੈਂ ਇਸ ਤਰ੍ਹਾਂ ਦੀ ਟਿੱਪਣੀ ਕਰ ਰਿਹਾ ਸੀ, ਜੇਕਰ ਇੱਕ ਭਾਜਪਾ ਵਾਲੇ ਵਿਅਕਤੀ ਦਾ ਕੋਈ ਕਤਲ ਹੋ ਗਿਆ ਮਾੜੀ ਗੱਲ ਹੈ। ਜਿਸ ਦਿਨ ਅਰੁਣ ਨਾਰੰਗ ਦੀ ਕੁੱਟ ਕਟਾਪਾ ਹੋਇਆ ਸੀ ਉਹਦੇ ਕੱਪੜੇ ਉਤਾਰ ਦਿੱਤੇ ਸੀ, ਨਿੰਦਿਆ ਕੀਤੀ ਸੀ ਕਿ ਮਾੜੀ ਗੱਲ ਹੈ, ਕਿਉਂਕਿ ਕਿਸੇ ਵੀ ਹਿੰਸਕ ਘਟਨਾਵਾਂ ਨੂੰ ਸ਼ਾਬਾਸ਼ ਨਹੀਂ ਦਿੱਤੀ ਜਾ ਸਕਦੀ। ਪਰ ਜੇਕਰ ਕਿਸਾਨ ਆਪਣੀ ਜਿੰਦ ਲੇਖੇ ਲਾ ਰਹੇ ਆ ਪਰ ਉਹਦੇ ਉੱਤੇ ਵੀ 2 ਸ਼ਬਦ ਤਾਂ ਬਣਦੇ ਆ ਨਾ। ਸਾਡੇ ਇਸ ਅਦਾਰੇ ਦੇ ਵੱਲੋਂ ਅਸੀਂ ਹੁਣ ਤੱਕ ਜਿੰਨੀਆਂ ਵੀ ਸ਼ਹੀਦੀਆਂ ਹੋਈਆਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਸਰਕਾਰ ਜਲਦ ਇਹਨਾਂ ਕਾਨੂੰਨਾਂ ਦੇ ਉੱਤੇ ਗੌਰ ਫਰਮਾਵੇ। ਕਿਸਾਨ ਨਹੀਂ ਉਹ ਚਾਹੁੰਦੇ ਇਹ ਕਾਨੂੰਨ ਤੇ ਹੱਲ ਕਰੇ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ, ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤੁਹਾਡੇ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।